ਲੱਗਾ ਬਾਣ ਜਦ ਬਾਤ ਦਾ ਜਾ ਟਿਕਾਣੀ, ਰਾਜ ਛੱਡ ਕਈ ਰਾਜੇ ਫਕੀਰ ਹੋ ਗਏ। ਅਮਨ ਮਾਰ ਠੋਕਰਾਂ ਹੀਰੇ ਜਵਾਹਰਾਤਾਂ ਨੂੰ, ਛੱਡ ਰਿਆਸਤਾਂ ਖੁਦਾ ਦੀ ਜਗੀਰ ਹੋ ਗਏ। ਛੱਡ ਰਿਆਸਤਾਂ ਖੁਦਾ ਦੀ ਜਗੀਰ ਹੋ ਗਏ। ਤੂੰ ਸੱਤ ਅਖੰਡ ਜੋਤ ਚੈਨਲ 'ਤੇ ਪ੍ਰੋਗਰਾਮ ਸੁਗੜ ਵਿਚਾਰ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਸੁਗੜ ਵਿਚਾਰ ਪ੍ਰੋਗਰਾਮ ਵਿੱਚ ਮੇਰੇ ਬੋਲਣ ਦਾ ਪਹਿਲੂ ਹੈ ਬਾਤ ਦਾ ਬਾਣ। ਕਿਸੇ ਪਾਰਖੂ ਸੂਝਵਾਨ ਤੇ ਘੜੀ ਹੋਈ ਸਮਝ ਚੋਂ ਜਦੋਂ ਕੋਈ ਬੋਲ ਉੱਠ ਕੇ ਕਿਸੇ ਦਰਸ ਅਭਿਲਾਸੀ ਹਿਰਦੇ ਨੂੰ ਸੰਸਾਰ ਦੀ ਸੰਸਾਰੀ ਪ੍ਰੀਤ ਤੋਂ ਉਪਰਾਮ ਹੋਈ ਚੇਸ਼ਟਾ ਨੂੰ ਜਾ ਕੇ ਛੂੰਹਦਾ ਹੈ, ਤਾਂ ਤਬਦੀਲੀ ਕੀ ਹੁੰਦੀ ਹੈ, ਪਰਿਵਰਤਨ ਕੀ ਤੇ ਕਿਸ ਤਰ੍ਹਾਂ ਦਾ ਹੁੰਦਾ ਹੈ, ਇਸ ਗੱਲ ਦੀ ਸਮਝ ਅਸੀਂ ਅੱਜ ਦੀ ਇਸ ਕਹਾਣੀ ਤੋਂ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਬਲਖ ਬੁਖਾਰੇ ਦਾ ਇੱਕ ਸਮਰਾਟ ਸੀ, ਜਿਸ ਕੋਲ ਬੇਤਹਾਸ਼ਾ ਧਨ ਦੌਲਤ ਹੀਰੇ ਜਵਾਹਰਾਤ ਸੀ, ਹਰ ਸੁੱਖ ਸਹੂਲਤ ਸੀ, ਐਸ਼ੋ ਆਰਾਮ ਦੀ ਹਰ ਵਸਤ ਹਰ ਪਦਾਰਥ ਸੀ। ਪਰ ਫਿਰ ਵੀ ਉਹਦੇ ਕੋਲ ਸਕੂਨ ਆਨੰਦ ਨਹੀਂ ਸੀ। ਉਹ ਅੰਦਰੋਂ ਸੰਤੁਸ਼ਟ ਨਹੀਂ ਸੀ। ਹਰ ਪਲ ਹਰ ਘੜੀ ਇੱਕ ਅਜੀਬ ਜਿਹੀ ਧੁੱਖ ਧੁਖੀ ਲੱਗੀ ਰਹਿੰਦੀ ਸੀ ਉਹਦੇ ਭੀਤਰ। ਉਹ ਅਕਸਰ ਆਪਣੀ ਰਿਆਸਤ ਵੱਲ ਵੇਖ ਕੇ, ਆਪਣੇ ਅੱਗੇ ਪਿੱਛੇ ਟਹਿਲਦੇ ਸੇਵਾ ਕਰਦੇ ਫਿਰਦੇ ਆਪਣੇ ਅਹਿਲਕਾਰਾਂ ਵੱਲ ਵੇਖ ਕੇ ਆਪਣੇ ਆਪ ਨੂੰ ਸੰਤੁਸ਼ਟ ਕਰਨ ਦੀ, ਆਪਣੇ ਅੰਦਰ ਨੂੰ ਆਨੰਦਿਤ ਕਰਨ ਦੀ ਕੋਸ਼ਿਸ਼ ਕਰਦਾ ਸੀ। ਤੇ ਆਪਣੀ ਇਸ ਕੋਸ਼ਿਸ਼ ਦੇ ਮੱਦੇ-ਨਜ਼ਰ ਉਹ ਅਕਸਰ ਆਪਣੇ ਆਪ ਨੂੰ ਆਪਣੀ ਰਿਆਸਤੀ ਕੰਮਾਂ-ਕਾਰਾਂ ਵਿੱਚ ਮਸ਼ਰੂਫ ਰੱਖਦਾ, ਆਪਣੀ ਰਿਆਸਤ ਦੀ ਜਗੀਰ ਨੂੰ ਵਧਾਉਣ 'ਚ, ਸ਼ਾਹੀ ਖਜ਼ਾਨਿਆਂ ਨੂੰ ਹੋਰ ਵੱਧ ਤੋਂ ਵੱਧ ਭਰਨ 'ਚ ਲੱਗਾ ਰਹਿੰਦਾ, ਕਿਉਂਕਿ ਉਸ ਨੂੰ ਲੱਗਦਾ ਸੀ ਕਿ ਇਹ ਵੱਧਦੀ ਜਗੀਰ, ਵੱਧਦੀ ਧਨ ਦੌਲਤ ਮੈਨੂੰ ਸਕੂਨ ਦੇ ਸਕਦੀ ਹੈ, ਆਨੰਦ ਦੇ ਸਕਦੀ ਹੈ। ਪਰ ਫਿਰ ਵੀ ਜਿਸ ਪਲ ਜਿਸ ਘੜੀ ਉਹ ਬੈਠਦਾ, ਉਸੇ ਪਲ ਮੁੜ ਉਸਦੇ ਜ਼ਿਹਨ 'ਚ, ਉਸਦੇ ਦਿਲ ਦਿਮਾਗ 'ਚ ਅਜੀਬ ਜਿਹੀ ਬੇਚੈਨੀ ਪਸਰਨੀ ਸ਼ੁਰੂ ਹੋ ਜਾਂਦੀ। ਕਾਫੀ ਟਾਈਮ ਇਸ ਜੱਦੋ-ਜਹਿਦ 'ਚ ਵਕਤ ਬੀਤਦਾ ਗਿਆ, ਪਰ ਉਸ ਨੂੰ ਸਕੂਨ ਆਨੰਦ ਨਹੀਂ ਮਿਲਿਆ। ਹੁਣ ਇੱਕ ਰਾਤ ਜਦੋਂ ਦਿਲ ਦਿਮਾਗ 'ਚ ਭਰੀ ਬੇਚੈਨੀ ਨੂੰ ਆਪਣੇ ਕਲਾਵੇ 'ਚ ਸਮੇਟ ਉਹ ਆਪਣੇ ਬਿਸਤਰ 'ਤੇ ਆਰਾਮ ਕਰਨ ਲਈ ਪਿਆ, ਤਾਂ ਨੀਂਦ ਉਸ ਦੀਆਂ ਅੱਖਾਂ ਤੋਂ ਕੋਹਾਂ ਦੂਰ ਸੀ। ਪਰੇਸ਼ਾਨੀ 'ਚ ਬੇਚੈਨੀ ਦੇ ਆਲਮ 'ਚ ਪਿਆ, ਕਦੀ ਇੱਧਰ ਪਾਸਾ ਲੈਂਦਾ ਹੈ ਤੇ ਕਦੀ ਉੱਧਰ, ਪਰ ਨੀਂਦ ਨਹੀਂ ਆਉਂਦੀ। ਤਾਂ ਅਚਾਨਕ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦੇ ਕਮਰੇ ਦੀ ਛੱਤ 'ਤੇ ਕੋਈ ਚੱਲ ਰਿਹਾ ਹੈ। ਤਾਂ ਉਹ ਡਰ ਕੇ ਜ਼ੋਰ ਦੀ ਆਵਾਜ਼ ਦਿੰਦਾ ਹੈ ਕਿ ਕੌਣ ਹੈ, ਤਾਂ ਅੱਗੋਂ ਜਵਾਬ ਵਿੱਚ ਵਾਪਸ ਆਵਾਜ਼ ਆਉਂਦੀ ਹੈ ਕਿ ਡਰਨਾ ਨਾ, ਮੈਂ ਕੋਈ ਚੋਰ ਹਾਂ ਤੇ ਨਾ ਹੀ ਕੋਈ ਹਥਿਆਰਾ। ਤਾਂ ਉਹ ਸਮਰਾਟ ਕਹਿੰਦਾ ਹੈ, ਫਿਰ ਤੂੰ ਕੌਣ ਏ ਤੇ ਮੇਰੇ ਕਮਰੇ ਦੀ ਛੱਤ 'ਤੇ ਕੀ ਕਰ ਰਿਹਾ ਹੈ? ਤਾਂ ਮੁੜ ਅੱਗੋਂ ਜਵਾਬ ਆਉਂਦਾ ਹੈ ਕਿ ਮੇਰਾ ਊਠ ਗਵਾਚ ਗਿਆ ਹੈ, ਮੈਂ ਤਾਂ ਉਸ ਦੀ ਭਾਲ ਕਰ ਰਿਹਾ ਹਾਂ। ਤਾਂ ਉਹ ਸਮਰਾਟ ਕਹਿੰਦਾ ਕਿ ਤੂੰ ਪਾਗਲ ਏ, ਊਠ ਕਦੀ ਕਮਰੇ ਦੀ ਛੱਤ 'ਤੇ ਲੱਭੇ ਜਾਂਦੇ ਨੇ? ਤਾਂ ਅੱਗੋਂ ਫਿਰ ਬੇਬਾਕ ਆਵਾਜ਼ ਗੂੰਜੀ ਕਿ ਹਾਂ, ਮੈਂ ਪਾਗਲ ਹਾਂ, ਪਰ ਤੂੰ ਬੜਾ ਸਮਝਦਾਰ ਏ, ਜਿਹੜਾ ਟਕੇ ਚਵਾਨੀਆਂ ਦੀ ਜਗੀਰ 'ਚੋਂ ਸਕੂਨ ਭਾਲ ਰਿਹਾ ਏ, ਜਿਹੜਾ ਰਿਆਸਤ ਵਧਾ ਕੇ ਆਨੰਦ ਪ੍ਰਾਪਤ ਕਰਨਾ ਚਾਹ ਰਿਹਾ ਹੈ। ਇੰਨੀ ਗੱਲ ਸੁਣਦੇ ਹੀ ਉਹ ਸਮਰਾਟ ਉੱਠ ਕੇ ਬੈਠ ਗਿਆ। ਪਹਿਰੇਦਾਰਾਂ ਨੂੰ ਸੱਦਿਆ, ਹੁਕਮ ਕੀਤਾ ਕਿ ਛੱਤ 'ਤੇ ਜਾ ਕੇ ਇਸ ਆਦਮੀ ਦੀ ਭਾਲ ਕਰੋ। ਪਹਿਰੇਦਾਰ ਛੱਤ 'ਤੇ ਜਾਂਦੇ ਨੇ, ਇੱਧਰ ਉੱਧਰ ਵੇਖਦੇ ਨੇ, ਪਰ ਛੱਤ 'ਤੇ ਕੋਈ ਨਹੀਂ ਮਿਲਦਾ। ਹੁਣ ਸਮਰਾਟ ਦੇ ਕੰਨਾਂ 'ਚ ਉਹ ਬੇਬਾਕ ਆਵਾਜ਼ ਗੂੰਜਦੀ ਏ, ਦਿਮਾਗ 'ਚ ਉਹ ਬੋਲ ਵਾਰ-ਵਾਰ ਘੁੰਮਦੇ ਨੇ। ਰਾਤ ਬੀਤਦੀ ਏ, ਦਿਨ ਚੜ੍ਹਦਾ ਏ। ਸਮਰਾਟ ਮੁੜ ਆਪਣੀ ਦਿਨਚਰਿਆ ਮੁਤਾਬਿਕ ਆਪਣੇ ਤਖਤ 'ਤੇ ਜਾ ਕੇ ਬੈਠਦਾ ਏ, ਪਰ ਕੰਨਾਂ 'ਚ ਅਜੇ ਵੀ ਉਹੀ ਰਾਤ ਵਾਲੀ ਬੇਬਾਕ ਆਵਾਜ਼ ਗੂੰਜ ਰਹੀ ਏ। ਦਿਲ ਦਿਮਾਗ ਅਜੇ ਉਸ ਰਾਤ ਵਾਲੇ ਵਾਕਿਆ 'ਚ ਖੁੱਭਿਆ ਹੀ ਸੀ ਕਿ ਮੁੜ ਕੰਨਾਂ 'ਚ ਉਹੀ ਬੇਬਾਕ ਆਵਾਜ਼ ਪੈਂਦੀ ਏ, ਪਰ ਹੁਣ ਅਲਫਾਜ਼ ਹੋਰ ਨੇ। ਇਸ ਲਈ ਆਵਾਜ਼ ਸੁਣਦੇ ਸਾਰ ਉਹ ਸਮਰਾਟ ਝੱਟ ਦਿਨ ਸਿਰ ਚੁੱਕ ਕੇ ਵੇਖਦਾ ਹੈ, ਤਾਂ ਸਾਹਮਣੇ ਰਾਜ ਮਹਿਲ ਦੇ ਦਰਵਾਜ਼ੇ 'ਤੇ ਖੜਾ ਇੱਕ ਆਦਮੀ ਰਾਜ ਮਹਿਲ ਦੇ ਦਰਬਾਨ ਨਾਲ ਇਹ ਕਹਿ ਬਹਿਸ ਕਰ ਰਿਹਾ ਹੁੰਦਾ ਹੈ ਕਿ ਮੈਨੂੰ ਇਸ ਸਰਾਂ ਵਿੱਚ ਜਾ ਲੈਣ ਦਿਓ, ਜਦਕਿ ਉਹ ਸਰਾਂ ਨਹੀਂ ਹੁੰਦੀ, ਉਹ ਰਾਜੇ ਦਾ ਨਿੱਜੀ ਮਹਿਲ ਹੁੰਦਾ ਹੈ। ਉਹ ਦਰਬਾਨ ਉਸ ਆਦਮੀ ਨੂੰ ਬੜਾ ਸਮਝਾਉਂਦਾ ਹੈ, ਪਰ ਉਹ ਆਦਮੀ ਆਪਣੀ ਗੱਲ 'ਤੇ ਅੜਿਆ ਉਸ ਰਾਜ ਮਹਿਲ ਨੂੰ ਸਰਾਂ ਕਹਿ ਉਸ ਅੰਦਰ ਜਾਣ ਦੀ ਜ਼ਿੱਦ ਕਰੀ ਜਾਂਦਾ ਤੇ ਕਹਿੰਦਾ ਹੈ, ਮੈਂ ਉਸ ਆਦਮੀ ਨੂੰ ਮਿਲਣਾ ਚਾਹੁੰਦਾ ਹਾਂ ਜਿਸ ਨੂੰ ਇਹ ਭਰਮ ਹੈ ਕਿ ਇਹ ਸਰਾਂ ਨਹੀਂ, ਉਸ ਦਾ ਨਿੱਜੀ ਮਹਿਲ ਹੈ। ਇਸ ਸਾਰੀ ਸਥਿਤੀ ਨੂੰ ਵੇਖ ਤੇ ਰਾਤ ਵਾਲੀ ਉਸ ਬੇਬਾਕ ਆਵਾਜ਼ ਨੂੰ ਮੁੜ ਸੁਣ ਜੋ ਸਮਰਾਟ ਨੂੰ ਅਜੇ ਤੱਕ ਨਹੀਂ ਭੁੱਲੀ ਸੀ। ਸਮਰਾਟ ਉਸ ਆਦਮੀ ਨੂੰ ਅੰਦਰ ਬੁਲਾ ਲੈਂਦਾ ਹੈ ਤੇ ਕਹਿੰਦਾ ਹੈ ਕਿ ਮੈਨੂੰ ਸੱਚਮੁੱਚ ਲੱਗਦਾ ਹੈ ਤੂੰ ਪਾਗਲ ਹੈ,
ਤੂੰ ਮੇਰੇ ਨਿੱਜੀ ਮਹਿਲ ਨੂੰ ਸਰਾਂ ਕਹਿ ਰਿਹਾ ਹੈ। ਤੈਨੂੰ ਡਰ ਨਹੀਂ ਲੱਗਦਾ ਕਿ ਤੂੰ ਰਾਜੇ ਦੇ ਮਹਿਲ ਨੂੰ ਸਰਾਂ ਕਹੇਂਗਾ ਤਾਂ ਤੈਨੂੰ ਸਜ਼ਾ ਮਿਲੇਗੀ। ਉਹ ਆਦਮੀ ਕਹਿੰਦਾ, ਡਰ ਕਿਸ ਗੱਲ ਦਾ, ਜਦ ਹੈ ਹੀ ਸਰਾਂ ਤਾਂ ਸਰਾਂ ਹੀ ਬੋਲਾਂਗਾ। ਕੁਝ ਟਾਈਮ ਪਹਿਲਾਂ ਮੈਂ ਇੱਥੇ ਆਇਆ ਸੀ ਤਾਂ ਇੱਥੇ ਮੈਂ ਕਿਸੇ ਦੂਸਰੇ ਆਦਮੀ ਨੂੰ ਬੈਠੇ ਵੇਖਿਆ ਸੀ ਜਿੱਥੇ ਅੱਜ ਤੂੰ ਬੈਠਾ ਹੈ। ਤਾਂ ਸਮਰਾਟ ਕਹਿੰਦਾ, ਉਹ ਮੇਰੇ ਪਿਤਾ ਜੀ ਸੀ। ਤਾਂ ਉਹ ਆਦਮੀ ਕਹਿੰਦਾ, ਮੈਂ ਉਸ ਤੋਂ ਵੀ ਕੁਝ ਟਾਈਮ ਪਹਿਲਾਂ ਆਇਆ ਸੀ ਤਾਂ ਇੱਥੇ ਉਦੋਂ ਕੋਈ ਤੀਸਰਾ ਆਦਮੀ ਬੈਠਾ ਸੀ। ਤਾਂ ਸਮਰਾਟ ਕਹਿੰਦਾ ਕਿ ਉਹ ਮੇਰੇ ਦਾਦਾ ਜੀ ਸੀ। ਤਾਂ ਉਹ ਆਦਮੀ ਕਹਿੰਦਾ, ਹੁਣ ਉਹ ਕਿੱਥੇ ਗਏ ਨੇ? ਸਮਰਾਟ ਕਹਿੰਦਾ, ਉਹ ਸੰਸਾਰ ਛੱਡ ਕੇ ਚਲੇ ਗਏ ਨੇ। ਤਾਂ ਆਦਮੀ ਕਹਿੰਦਾ, ਫਿਰ ਇੱਕ ਦਿਨ ਤੂੰ ਵੀ ਛੱਡ ਕੇ ਚਲ ਜਾਏਗਾ ਤੇ ਤੇਰੀ ਥਾਂ ਤੇ ਕੋਈ ਹੋਰ ਆ ਜਾਏਗਾ। ਫਿਰ ਇਹ ਸਰਾਂ ਹੀ ਤਾਂ ਹੈ, ਇਸੇ ਲਈ ਤਾਂ ਮੈਂ ਇਹਨੂੰ ਸਰਾਂ ਕਹਿਣਾ। ਇਹ ਬੇਬਾਕ ਬੇਖੌਫ ਆਵਾਜ਼ ਦੀ ਹਕੀਕੀ ਤਵਾਰੀਖ ਸੁਣ। ਉਹ ਸਮਰਾਟ ਢਹਿ ਕੇ ਉਸ ਆਦਮੀ ਦੇ ਚਰਨੀ ਪੈ ਗਿਆ, ਕਿਉਂਕਿ ਉਸ ਆਦਮੀ ਦੀਆਂ ਬੇਬਾਕ ਗੱਲਾਂ ਨੇ ਸਮਰਾਟ ਦੇ ਅੰਦਰ ਦੁੱਖ ਦੀ, ਬੇਚੈਨੀ ਦੀ, ਪਰੇਸ਼ਾਨੀ ਦੀ ਕਿਸੇ ਅੱਗ ਨੂੰ ਆਪਣੇ ਲਫ਼ਜ਼ਾਂ ਦੀ ਸੱਚਾਈ ਨਾਲ ਸ਼ਾਂਤ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਇਸ ਕਹਾਣੀ ਵਿਚਲਾ ਸਮਰਾਟ ਇਸ ਹਕੀਕੀ ਤਵਾਰੀਖ ਨਾਲ ਹੋਈ ਭੇਟ ਤੋਂ ਬਾਅਦ ਉੱਚ ਕੋਟੀ ਦਾ ਸੂਫੀ ਫਕੀਰ ਹੋਇਆ, ਜਿਸ ਨੂੰ ਬਾਅਦ ਵਿੱਚ ਇਬਰਾਹਿਮ ਦੇ ਨਾਮ ਨਾਲ ਜਾਣਿਆ ਗਿਆ ਸੀ, ਬਲਖ ਬੁਖਾਰੇ ਵਿੱਚ। ਹੁਣ ਜੇ ਇਸ ਕਹਾਣੀ ਦੀ ਭੀਤਰੀ ਸਤ੍ਹਾ ਨੂੰ ਫਰੋਲ ਕੇ ਵੇਖੀਏ ਤਾਂ ਇਸ ਕਹਾਣੀ 'ਚ ਪਹਿਲਾ ਪਹਿਲੂ ਤਾਂ ਇਹ ਹੈ ਕਿ ਕਹਾਣੀ ਇਹ ਸਿੱਧ ਕਰਦੀ ਹੈ ਕਿ ਸੁੱਖ, ਸਕੂਨ ਤੇ ਆਨੰਦ ਦੀ ਅਨੁਭੂਤੀ ਪਦਾਰਥਕ ਰੂਪ 'ਚੋਂ ਕਦੀ ਨਹੀਂ ਹੁੰਦੀ। ਸਦੀਵੀ ਸੁੱਖ, ਕੰਪਲੀਟ ਸਕੂਨ, ਭਰਪੂਰ ਆਨੰਦ ਪਦਾਰਥਕ ਵਸਤਾਂ ਦੀ ਪਹੁੰਚ ਤੋਂ ਕਿਤੇ ਦੂਰ ਹੈ। ਇਸ ਲਈ ਜੇ ਅਸੀਂ ਪਦਾਰਥਕ ਰੂਪ ਤੋਂ ਇਹ ਸਭ ਲੋਚਦੇ ਹਾਂ ਤਾਂ ਕਹਾਣੀ ਵਿਚਲੀ ਰਮਜ ਵਾਂਗ ਅਸੀਂ ਵੀ ਊਠ ਛੱਤ ਤੇ ਲੱਭ ਰਹੇ ਹਾਂ। ਇਸ ਪਹਿਲੂ ਤੋਂ ਅੱਗੇ ਇਹ ਕਹਾਣੀ ਦੂਜਾ ਪਹਿਲੂ ਇਹ ਸਿੱਧ ਕਰਦੀ ਹੈ ਕਿ ਇਹ ਸੰਸਾਰ, ਇਹ ਜਗਤ ਤੇ ਜਗਤ ਤੇ ਉਸਾਰੀ ਸਾਡੀ ਰਹਿਣਗਾ, ਸਾਡਾ ਘਰ, ਸਾਡਾ ਘਰਾਂ ਮਹਿਜ ਇੱਕ ਸਰਾਂ, ਇੱਕ ਧਰਮਸ਼ਾਲਾ ਹੈ ਜਿੱਥੇ ਕੁਝ ਸੀਮਤ ਟਾਈਮ ਪੀਰੀਅਡ ਲਈ ਅਸੀਂ ਮੁਸਾਫਿਰ ਬਣ ਕੇ ਟਿਕਾਣਾ ਕਰਦੇ ਹਾਂ। ਪਰ ਇਹਨਾਂ ਦੋ ਪਹਿਲੂਆਂ ਤੋਂ ਅੱਗੇ ਇਹ ਕਹਾਣੀ ਜਿਸ ਮਹੱਤਵਪੂਰਨ ਪਹਿਲੂ ਨੂੰ ਆਪਣੇ ਸਮਝ ਰੂਪ ਜ਼ਖੀਰੇ 'ਚ ਸਮੋ ਕੇ ਬੈਠੀ ਹੈ, ਉਹ ਇਹ ਹੈ ਕਿ ਜਦੋਂ ਇਨਸਾਨ ਕਹਾਣੀ ਵਿੱਚ ਬਿਆਨ ਕੀਤੇ ਦੋ ਪਹਿਲੂਆਂ ਦੀ ਸੱਚਾਈ ਨੂੰ ਸੱਚਮੁੱਚ ਸਮਝ ਲੈਂਦਾ ਹੈ ਤਾਂ ਤਬਦੀਲੀ ਰਾਜੇ ਤੋਂ ਫਕੀਰ 'ਚ ਹੁੰਦੀ ਹੈ, ਥੋੜ ਚਿਰੇ ਰਾਜ ਭਾਗ ਤੋਂ ਸਦੀਵੀ ਪੁਰਖ ਦੇ ਸਦੀਵੀ ਰਾਜ 'ਚ ਹੁੰਦੀ ਹੈ। ਸੋ ਅਖੀਰ ਗੁਰੂ ਗੁਰਬਾਣੀ ਦਾ ਪੱਲਾ ਫੜ, ਵਿਵੇਕੀ ਸਮਝ 'ਚੋਂ ਪ੍ਰਸ਼ਾਦ ਰੂਪ ਮਿਲੇ, ਵਿਵੇਕੀ ਵਚਨਾਂ ਨੂੰ ਕਮਾ, ਸਾਹਿਬ ਸਤਿਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਵਾਲੇ ਹੋ, ਅਸਲ ਮਕਸਦ ਨੂੰ, ਅਸਲ ਮਨੋਰਥ ਨੂੰ ਜਾਣ, ਇਸ ਨਾਸ਼ਵਾਨ ਜਗਤ ਦੀ ਨਾ ਰਹਿਣ ਵਾਲੀ ਤਸਵੀਰ ਨੂੰ ਸਮਝੀਏ ਤੇ ਕੋਸ਼ਿਸ਼ ਕਰੀਏ ਆਪਣੇ ਕਦਮਾਂ ਨੂੰ ਅਸਲ ਸਦੀਵੀ ਤੇ ਪੱਕੇ ਟਿਕਾਣੇ ਵੱਲ ਵਧਾਉਣ ਦੀ, ਕਿਉਂਕਿ ਇਹ ਸੰਸਾਰ, ਇਸ ਸੰਸਾਰ ਦੀ ਹਰ ਵਸਤ, ਹਰ ਸ਼ੈ, ਇੱਥੋਂ ਤੱਕ ਕਿ ਇਹ ਕਾਇਆ ਰੂਪ ਵੀ ਓੜਕ ਛੱਡ ਜਾਣ ਵਾਲਾ ਹੈ। ਇਸ ਲਈ ਨਾਸ਼ਵਾਨ ਪਿੱਛੇ ਨਾਸ਼ ਨਾ ਹੋਈਏ। ਸਤਿ ਸ੍ਰੀ ਅਕਾਲ।